ਆਪਣਾ ਕੋਈ ਹੈ ਤਲਕ ਵਾਸਤੇ ਵਾਲਾ ਤੂੰ ਉਹਨੂੰ ਅੰਦਰ ਬੁਲਾ ਲਿਆ, ਨਹੀਂ ਤੇ ਬੰਨੇ ਛੁੱਟੀ ਦੇ ਦਿੱਤੀ ਉਹਨੂੰ। ਤੇ ਉਹਨਾਂ ਨੂੰ ਪਤਾ ਜਿੰਨਾ ਕੀਤਾ ਉਹ ਕਰਕੇ ਜੋ ਆਪ ਹੀ ਗਏ ਨੇ। ਉਹ ਗਰਾਂ ਵਾਲੇ ਦਾ ਸੀ ਜਾਂ ਆਪਦਾਬਾਦ ਦਾ ਸੀ ਮੁੰਡਾ, ਤੇ ਉਹਦੇ ਨਾਲ ਕੋਈ 2 ਸਾਲ ਤੋਂ ਸੀ ਨਿਕਾਹ। ਸਰਕਾਰ ਨੂੰ ਕੋਈ ਭੇਤ ਨਹੀਂ ਸੀ ਇਸ ਚੀਜ਼ ਦਾ। ਮਾਂ ਨੂੰ ਪਤਾ ਸੀ ਥੋੜਾ ਬਹੁਤਾ। ਅੱਛਾ। ਛੋਟੀ ਬੇਟੀ ਨੂੰ ਪਤਾ ਸੀ, ਮਰ ਗਈਆਂ ਨੇ। ਫਿਰ ਉਹਨੇ ਦੱਸਿਆ ਭਾਜੀ मैं तो अंदर गया हूँ, कोई बंदा कत्ल कर गया है, हाँ, गोलियां मार गया है। अस्सलाम वालेकुम नाज़रीन, मैं हूँ एडी मलिक और एक बार फिर नौशहरा विरका में मौजूद हैं। हमारे पीछे जो आपको घर नज़र आ रहा है, इस घर के अंदर 2 जवान बहनों को गोलियां मारकर कत्ल कर दिया था। हमने जब इस वाक़े को रिपोर्ट किया और इन दोनों बहनों के वालिद का जब मौक़िफ़ आपके सामने रखा तो बहुत सारे लोगों ने ये सवालात उठाए कि इस कत्ल के पीछे कोई और नहीं बल्कि इनका अपना बाप ही होगा। क्यों बाप ने इस कत्ल को डकैती का रंग देकर अपनी बेटियों को बेदर्दी से मुबैना तौर पर कत्ल किया। हम जैसे ही इस वाक़े को रिपोर्ट करते हैं और उसके अगले दिन ही हमारी पुलिस ने इस अंधे कत्ल को न सिर्फ ट्रेस किया बल्कि इसके जितने भी किरदार थे इस कत्ल के पीछे, उन तमाम किरदारों को पुलिस ने गिरफ़्तार कर लिया है। और इनमें 2 बड़े अहम किरदार हैं जिनमें इन बच्चियों के माँ और बाप हैं। वजह क्या बनी कि क्यों इनको कत्ल किया? मेरे साथ वीडियो में जो बुज़ुर्ग शहरी आपको दिखाई दे रहे हैं, इनका वो बेटा नजीबुल्ला, जिसको मकतूला के वालिद जुल्फ़कार ने कॉल करके ये कहा था कि मेरी बेटी कॉल रिसीव नहीं कर रही, तो घर में जाकर देखिएगा कि क्या मसला है। तो जब नजीबुल्ला इस घर के अंदर दाखिल होता है और वो देखता है कि आगे दोनों बहनें जो हैं वो खून में लथपथ पड़ी हुई हैं, उनको किसी ने कत्ल कर दिया है और वो कोई और नहीं, इन दोनों बच्चियों के अपने ही वालिदैन हुए। पुलिस ने इनके बेटे को भी शामिल तफ्तीश किया। इस वाक़े के बाद अब बहुत सारी चीज़ें ओपन हो चुकी हैं। हमें मुख्तलिफ़ ज़राए से ये भी मालूम हुआ कि मरने वाली एक बेटी ने किसी शख्स के साथ पसंद की शादी की थी। इसमें कितनी सदाकत है हम वो भी आपको इस वीडियो में बताएंगे। इनसे बात करते हैं। अस्सलाम वालेकुम जी। जी वालेकुम सलाम। बुजुर्गों की नाम है तुहाडा? खुर्शीद अहमद चीमा जी। अच्छा, चीमा साहब माशाल्लाह बड़े नफीस इंसान हो, अल्लाह ताला आपको सेहत तंदुरुस्ती दे। ਸਾਡੇ ਮਹੱਲੇਦਾਰ ਜ਼ੁਲਫਕਾਰ ਸਾਹਿਬ, ਉਹਨਾਂ ਦੀ ਬੀਵੀ ਔਰ ਉਹਨਾਂ ਦੀਆਂ 2 ਬੇਟੀਆਂ, ਇਹ ਕਿਵੇਂ ਦੀ ਫੈਮਿਲੀ ਸੀ ਤੇ ਕਿੰਨੇ ਅਰਸੇ ਤੋਂ ਤੁਸੀਂ ਜਾਣਦੇ ਹੋ? ਅਸੀਂ ਤਾਂ ਕਾਫੀ ਦੇਰ ਤੋਂ ਜਾਣਦੇ ਸਾਂ ਇਹਨਾਂ ਨੂੰ। ਜਦੋਂ ਦੇ ਉਹ ਇੱਥੇ ਆਏ ਨੇ ਅਸਾਂ ਤੇ ਕੋਈ ਇਹਨਾਂ ਦੀ ਐਸੀ ਵੈਸੀ ਗੱਲ ਕੋਈ ਨਹੀਂ ਸੁਣੀ। ਕਦੀ ਕੋਈ ਲੜਾਈ ਝਗੜਾ? ਨਾ ਬੀਵੀ ਦਾ ਝਗੜਾ, ਨਾ ਉਹ ਮੀਆਂ ਬੀਵੀ ਦਾ ਕੋਈ ਝਗੜਾ ਹੀ ਨਹੀਂ ਸੁਣਿਆ। ਅੱਛਾ, ਇੱਕ ਦਿਨ ਵੀ ਨਹੀਂ ਝਗੜੇ। ਠੀਕ ਹੈ। ਹਾਂਜੀ। ਇਹ ਤੁਹਾਡੇ ਘਰ ਦੇ ਬਿਲਕੁਲ ਸਾਹਮਣੇ ਨਵਾਂ ਘਰ ਵੀ ਜ਼ੁਲਫਕਾਰ ਸਾਹਿਬ ਬਣਾ ਰਹੇ ਸੀ। ਹਾਂਜੀ। ਕਦੀ ਕੋਈ ਘਰ ਬਣਾਉਣ ਦੇ ਦੌਰਾਨ ਕਿਸੇ ਕਿਸਮ ਦਾ ਕੋਈ ਮਸਲਾ ਮਸਾਇਲ, ਕੋਈ ਗੱਲਬਾਤ ਸੁਣੀ ਹੋਵੇ ਤੁਸੀਂ? ਨਹੀਂ, ਕੋਈ ਗੱਲਬਾਤ ਨਹੀਂ ਸੁਣੀ। ਜ਼ੁਲਫਕਾਰ ਹੀ ਆਇਆ ਸੀ, ਉਹ ਵੀ ਬਣਵਾਉਂਦਾ ਰਿਹਾ ਇਹਨੂੰ। ਅੱਛਾ। ਰੇਤ ਆਈ, ਬਜਰੀ ਆਈ, ਸੀਮੈਂਟ ਆਇਆ, ਠੀਕ ਹੈ। ਸਾਰਾ ਕੰਮ ਕੋਲ ਖਲੋ ਕੇ 2-2.5 ਮਹੀਨੇ ਉਹ ਕਰਾ ਕੇ ਗਿਆ। ਫਿਰ ਟੁਰ ਗਿਆ ਇਟਲੀ। ਅੱਛਾ। ਇਟਲੀ ਹੁਣ ਦੁਬਾਰਾ ਫਿਰ ਆਇਆ, ਪਿਛਲੇ ਜੁਮੇ ਆਇਆ ਸੀ। ਠੀਕ ਹੈ। ਜੁਮੇ ਵਾਲੇ ਦਿਨ ਆਇਆ ਤੇ ਪੀਰ ਵਾਲੇ ਦਿਨ ਬੱਚੀਆਂ ਕਤਲ ਹੋਈਆਂ। ਹਾਂਜੀ। ਅੱਛਾ, ਇਹ ਜਿਹੜੀਆਂ 2 ਬੇਟੀਆਂ ਇਹਨਾਂ ਦੀਆਂ ਇੱਥੇ ਰਹਿੰਦੀਆਂ ਸੀ ਨਾਲ ਆਪਣੀ ਮਾਂ ਦੇ, ਇਹ ਕਿਵੇਂ ਦੀਆਂ ਸੀ ਬੇਟੀਆਂ? ਅਸੀਂ ਤੇ ਸਹੀ ਵੇਖਿਆ ਜੀ। ਇੱਕ ਇੱਥੇ ਪਹਿਲੂ ਐਜੂਕੇਟਡ ਛੋਟੀ ਪੜ੍ਹਦੀ ਹੁੰਦੀ ਸੀ, ਇੱਥੋਂ ਫਿਰ ਉੱਥੇ ਪੰਜਾਬ ਕਾਲਜ ਗਈ ਹੈ, ਉੱਥੇ 12ਵੀਂ ਦਾ ਇਮਤਿਹਾਨ ਉਹਨੇ ਦੇਣਾ ਸੀ। ਹੁਣ ਵੱਡੀ ਜਿਹੜੀ ਉਹ 16 ਪੜ੍ਹ ਗਈ ਸੀ। ਅੱਛਾ। ਪੜ੍ਹ ਕੇ ਤੋਂ ਫਰਕ ਸੀ, ਮੇਰਾ ਹਲੇ ਘਰੇ ਸੀ। ਹੁਣ ਕੋਈ ਘਰ ਦੇ ਵਿੱਚ ਕਦੀ ਕੋਈ ਤੁਸੀਂ ਦੇਖਿਆ ਕੋਈ ਆਉਣ ਜਾਣ ਇਹਨਾਂ ਦਾ, ਕੋਈ ਐਸਾ ਤੁਹਾਨੂੰ ਮਸ਼ਕੂਕ ਲੱਗਿਆ ਹੋਵੇ? ਨਹੀਂ, ਮੈਂ ਵੇਖਿਆ ਹੀ ਨਹੀਂ ਕੋਈ। ਅੱਛਾ। ਇਹਨਾਂ ਦੇ ਘਰ ਕਿਸੇ ਬੰਦੇ ਦਾ ਆਉਣ ਜਾਣ ਹੈ ਹੀ ਨਹੀਂ ਸੀ। ਠੀਕ ਹੈ। ਹਾਂਜੀ। ਅਗਰ ਕੋਈ ਆ ਵੀ ਜਾਂਦਾ ਸੀ ਤੇ ਪੂਰੀ ਤਸੱਲੀ ਕਰਦੇ ਹਨ, ਛੱਤ ਤੇ ਚੜ੍ਹਦੇ ਸਨ। ਹਾਂ। ਛੱਤ ਤੇ ਚੜ੍ਹ ਕੇ ਉਹਨੂੰ ਵੇਖਣਾ ਹੈ ਕੌਣ ਹੈ, ਆਪਣਾ ਕੋਈ ਹੈ ਤਲਕ ਵਾਸਤੇ ਵਾਲਾ ਤੂੰ ਉਹਨੂੰ ਅੰਦਰ ਬੁਲਾ ਲਿਆ, ਨਹੀਂ ਤੇ ਬੰਨੇ ਛੁੱਟੀ ਦੇ ਦਿੱਤੀ ਉਹਨੂੰ। ਵੀ ਸਾਡਾ ਅਮੀ ਬੂ ਘਰ ਕੋਈ ਨਹੀਂ ਤੇ ਤੁਸੀਂ ਲਿਆਦਾ ਜਾ ਸਕਦੇ ਹੋ। ਅੱਛਾ ਬਜ਼ੁਰਗੋ, ਇਹ ਵੀ ਪਤਾ ਚੱਲਿਆ ਕਿ ਇਹਨਾਂ 2 ਬੱਚੀਆਂ ਦੇ ਵਿੱਚੋਂ ਇੱਕ ਬੱਚੀ ਨੇ ਕੋਈ ਪਸੰਦ ਦੀ ਸ਼ਾਦੀ ਕੀਤੀ ਹੋਈ ਸੀ, ਕੋਈ ਨਿਕਾਹ ਕੀਤਾ ਹੋਇਆ ਸੀ। ਉਹ ਕਿਹੜੀ ਬੱਚੀ ਸੀ ਜਿਹਨੇ ਨਿਕਾਹ ਕੀਤਾ ਸੀ ਤੇ ਕਿੱਥੋਂ ਦਾ ਮੁੰਡਾ ਸੀ, ਕਿਹਦੇ ਨਾਲ ਉਹਨੇ ਨਿਕਾਹ ਕੀਤਾ ਸੀ ਤੇ ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਨਿਕਾਹ ਦਾ? ਉਹ ਗਰਾਂ ਵਾਲੇ ਦਾ ਸੀ ਜਾਂ ਆਪਦਾਬਾਦ ਦਾ ਸੀ ਮੁੰਡਾ, ਤੇ ਉਹਦੇ ਨਾਲ ਕੋਈ 2 ਸਾਲ ਤੋਂ ਸੀ ਨਿਕਾਹ। ਅੱਛਾ, 2 ਸਾਲ ਪਹਿਲੇ ਨਿਕਾਹ ਕੀਤਾ? 2 ਸਾਲ ਪਹਿਲੇ ਨਿਕਾਹ ਸੀ। ਤੇ ਜ਼ੁਲਫਕਾਰ ਨੂੰ ਜਾਂ ਮਾਂ ਨੂੰ? ਜ਼ੁਲਫਕਾਰ ਨੂੰ ਕੋਈ ਭੇਤ ਨਹੀਂ ਸੀ ਇਸ ਚੀਜ਼ ਦਾ। ਮਾਂ ਨੂੰ ਪਤਾ ਸੀ ਥੋੜਾ ਬਹੁਤਾ। ਅੱਛਾ। ਛੋਟੀ ਬੇਟੀ ਨੂੰ ਪਤਾ ਸੀ। ਯਾਨੀ ਕਿ ਤਿੰਨਾਂ ਮਾਵਾਂ ਧੀਆਂ ਨੂੰ ਪਤਾ ਸੀ? ਤਿੰਨਾਂ ਦੇ ਅੰਦਰ ਗੱਲ ਹੈ ਸੀ। ਠੀਕ ਹੈ। ਪਤਾ ਨਹੀਂ ਅੱਗੋਂ ਪੇ ਇਹਨਾਂ ਦਾ ਕਿਵੇਂ ਫਿਰਕੀ ਘੁੰਮੀ ਹੈ, ਕੀ ਇਹਨਾਂ ਵਾਰਦਾਤ ਬਣਾਈ ਹੈ, ਕਿਉਂ ਇਹਨਾਂ ਕੀਤਾ ਹੈ, ਇਹ
ਚੀਜ਼ ਦਾ ਨਹੀਂ ਸਾਨੂੰ ਪਤਾ ਕਿ ਕਿਉਂ। ਤੇ ਜਿਸ ਦਿਨ ਇਹ ਹੋਇਆ ਵਕੂਆ, ਜਿਸ ਦਿਨ ਇਹ ਬੱਚੀਆਂ ਦੋਵੇਂ ਕਤਲ ਹੋਈਆਂ ਨੇ, ਹਾਂਜੀ। ਔਰ ਫਿਰ ਤੁਹਾਡੇ ਪੁੱਤਰ ਨੂੰ ਨਜੀਬੁੱਲਾ ਨੂੰ ਜਿਹੜਾ ਹੈਗਾ ਨਾ ਫੋਨ ਕੀਤਾ ਹੈ, ਹਾਂਜੀ, ਤੇ ਨਜੀਬ ਨੇ ਜਾ ਕੇ ਕੀ ਵੇਖਿਆ ਸੀ ਅੰਦਰ? ਨਜੀਬ ਨੇ ਵੇਖਿਆ ਵੀ ਉਹ ਕਤਲ ਹੋਈਆਂ ਨੇ, ਗੋਲੀਆਂ ਵੱਜੀਆਂ ਨੇ ਉਹਨਾਂ ਨੂੰ ਹਾਂ, ਤੇ ਉਹ ਮਰ ਗਈਆਂ ਨੇ। ਫਿਰ ਉਹਨੇ ਦੱਸਿਆ ਭਾਜੀ ਮੈਂ ਤਾਂ ਅੰਦਰ ਗਿਆ, ਉਹਨੂੰ ਕੋਈ ਬੰਦਾ ਕਤਲ ਕਰ ਗਿਆ, ਹਾਂ, ਗੋਲੀਆਂ ਮਾਰ ਗਿਆ। ਤੇ ਉਹਨੇ ਉਹ ਫਿਰ ਆਪੀ ਆ ਗਿਆ, ਦੋਵੇਂ ਜੀ ਆਏ ਨੇ, ਦੋਵੇਂ ਇਕੱਠੇ ਗਏ ਸਨ। ਨਜੀਬ ਕਿਵੇਂ ਗਿਆ ਸੀ? ਦਰਵਾਜ਼ੇ ਤਾਂ ਨਹੀਂ ਅੰਦਰ ਗਿਆ ਸੀ ਜਾਂ ਕੰਧ ਟੱਪ ਕੇ ਗਿਆ ਨਹੀਂ ਸੀ ਜਾਂ ਨਹੀਂ, ਕਿਵੇਂ ਦਰਵਾਜ਼ੇ ਗਿਆ ਰੱਖ ਗਿਆ ਕਿ ਸੀ? ਦਰਵਾਜ਼ਾ ਖੁੱਲਾ ਹੀ ਸੀ ਅੰਦਰੋਂ? ਇਸ ਪਰਲੇ ਦਰਵਾਜ਼ੇ ਸਾਰੇ ਖੁੱਲੇ ਸਨ। ਅੱਛਾ, ਇਹਦਾ ਨਹੀਂ ਮੈਨੂੰ ਪਤਾ ਇਹ ਖੁੱਲਾ ਸੀ ਜਾਂ ਨਹੀਂ। ਗੇਟ ਜਿਹੜਾ ਹੈਗਾ ਇਹਦਾ ਨਹੀਂ ਤੁਹਾਨੂੰ ਪਤਾ? ਜ਼ਾਹਿਰ ਬਾਤ ਹੈ ਨਾ, ਅੰਦਰ ਜਾ ਕੇ ਉਹਨੇ ਵੇਖਿਆ, ਕਿਉਂਕਿ ਅੰਦਰ ਅਸੀਂ ਵਿਖਾਇਆ ਸੀ ਕਿ ਕਿੱਥੇ ਜਾ ਕੇ ਜਿਹੜਾ ਹੈਗਾ ਨਾ ਉਹ ਅੰਦਰ ਬੱਚੀਆਂ ਕਮਰੇ ਦੇ ਵਿੱਚ ਕਤਲ ਹੋਈਆਂ ਜਿਹੜਾ ਹੈ ਸੀ। ਨਾ ਇਹ ਦਰਵਾਜ਼ੇ ਬੰਨੇ ਦਾ ਇਹਦਾ ਨਹੀਂ ਮੈਨੂੰ ਪਤਾ ਇਹ ਦਰਵਾਜ਼ਾ ਖੁੱਲਾ ਸੀ ਜਾਂ ਨਹੀਂ ਸੀ ਖੁੱਲਾ। ਠੀਕ ਹੈ, ਅੰਦਰਲੇ ਦਰਵਾਜ਼ੇ ਮੈਂ ਜਦੋਂ ਇਹ ਰੋਲਾ ਪਿਆ, ਮੈਂ ਵੀ ਸ਼ਹਿਰੋਂ ਆਇਆ ਨਾ, ਉਹਨੂੰ ਫੋਨ ਕੀਤਾ ਨੇ ਠੀਕ ਕਿ ਇਹ ਵਕੂਆ ਬਣਿਆ ਤੇ ਤੁਸੀਂ ਜਿੱਥੇ ਵੀ ਆਇਓ ਆ ਜਾਓ। ਠੀਕ ਹੈ, ਮੈਂ ਵੀ ਆਇਆ, ਹੂੰ, ਮੈਂ ਵੀ ਆਇਆ ਤਾਂ ਫਿਰ ਮੈਂ ਵੀ ਉਹ ਜ਼ੁਲਫਕਾਰ ਦੇ ਗੱਲ ਲਾ ਕੇ ਰੋਣ ਲੱਗ ਪਿਆ, ਬੜਾ ਪਰੇਸ਼ਾਨ ਜਿਹਾ ਹੋ ਗਿਆ ਮੈਂ ਹਾਂ, ਤੇ ਰੋਣ ਲੱਗ ਪਿਆ। ਫਿਰ ਉੱਥੇ ਹੀ ਮੈਂ ਬਹਿ ਗਿਆ, ਠੀਕ ਹੈ, ਉੱਥੇ ਬਹਿ ਗਿਆ ਤੇ ਫਿਰ ਉਹ ਉਦੋਂ ਅੱਗੇ ਮੈਂ ਗਿਆ ਹੀ ਨਹੀਂ। ਹੂੰ। ਮੈਂ ਉਹ ਹੌਸਲਾ ਹੀ ਨਹੀਂ ਪਿਆ ਤੇ ਮੈਂ ਉਸ ਟਾਈਮ ਤੇ ਲਾਸ਼ਾਂ ਘਰ ਹੀ ਪਈਆਂ ਸੀ? ਉਦੋਂ ਘਰੇ ਸਣ ਕੇ ਅੱਛਾ, ਮੈਂ ਜਦੋਂ ਕਤਲ ਹੋਇਆ ਨਾ, ਹਾਂ, ਬੜੀ ਗੱਲ 15-20 ਮਿੰਟ ਅੱਧੇ ਘੰਟੇ ਬਾਅਦ ਆ ਗਿਆ ਹੋਵਾਂਗਾ। ਠੀਕ ਹੈ, ਫੌਰਨ ਹੀ ਉੱਥੇ ਨਸ਼ਹਿਰੇ ਸਾਂ, ਮੈਂ ਕਿਸੇ ਨੂੰ ਸਲਾਹ ਮਿਲੀ ਹੈ ਨਾ ਮੈਨੂੰ, ਹਾਂ, ਉਹਨਾਂ ਨੇ ਮੈਂ ਆਖਿਆ ਮੈਨੂੰ ਯਾਰ ਮੈਨੂੰ ਮੋਟਰਸਾਈਕਲ ਤੇ ਛੱਡ ਆਵੋ ਠੀਕ ਹੈ। ਫਟਾਫਟ। ਇਹ ਗੱਲ ਤੁਸੀਂ ਤੇ ਹੈਰਾਨ ਪਰੇਸ਼ਾਨ ਹੋ ਗਏ ਕਿ ਕਿਵੇਂ ਹੋ ਮੈਂ ਸਕਦਾ ਤੇ ਹੈਗਾ? ਉਹਨਾਂ ਦਾ ਤਰਲਾ ਲਿਆ, ਮੈਂ ਕਿਹਾ, ਯਾਰ ਮੇਰੇ ਕੋਲ ਮੋਟਰਸਾਈਕਲ ਕੋਈ ਨਹੀਂ, ਨਾ ਮੈਂ ਚਲਾਣਾ, ਹੂੰ, ਮੈਨੂੰ ਤੁਸੀਂ ਨਾ ਡੇਰੇ ਛੱਡ ਕੇ ਆਓ। ਹੂੰ, ਉਹ ਇੱਥੇ ਆਇਆ ਤੇ ਉਹਨਾਂ ਨੇ ਰੋਂਦੇ ਧੋਂਦੇ ਸਨ ਪਏ, ਹੂੰ, ਮੈਂ ਵੀ ਰੋਣ ਧੋਣ ਲੱਗ ਪਿਆ ਸੀ। ਹੂੰ। ਫਿਰ ਉੱਥੇ ਹੀ ਮੈਂ ਬਹਿ ਗਿਆ। ਤੇ ਜਦੋਂ ਤੁਸੀਂ ਜ਼ੁਲਫਕਾਰ ਦੇ ਗਲੇ ਲੱਗ ਕੇ ਰੋਏ ਤੇ ਕੋਈ ਜ਼ੁਲਫਕਾਰ ਕੋਲੋਂ ਪੁੱਛਿਆ ਕਿ ਕਿਵੇਂ ਹੋ ਗਿਆ ਨਹੀਂ, ਬੱਚਿਆਂ ਨੂੰ? ਤੁਸੀਂ ਕੋਈ ਨਹੀਂ ਮੈਂ ਪੁੱਛਿਆ ਜੀ, ਅੱਛਾ, ਨਾ ਮੈਂ ਤਾਂ ਪੁੱਛਿਆ ਤੇ ਮੈਂ ਕਿਹਾ ਵਾਕਈ ਕੋ ਕਰ ਗਿਆ ਹੋਣਾ, ਹੋਰ ਹਾਂ। ਮੈਨੂੰ ਕੀ ਪਤਾ ਸੀ ਅੱਗੋਂ ਇਹ ਡਰਾਮਾ ਚੱਲਿਆ। ਮੈਂ ਤੁਹਾਡੇ- ਨਹੀਂ ਉਹਨੂੰ ਪੁੱਛਿਆ। ਤੁਹਾਡੇ ਬੱਚੇ ਨੂੰ ਫੋਨ ਕਰਨ ਦਾ ਮਕਸਦ ਕੀ ਹੋ ਸਕਦਾ ਸੀ? ਇਹ ਤਾਂ ਉਹਨਾਂ ਨੂੰ ਪਤਾ ਜਿੰਨਾ ਕੀਤਾ ਉਹ ਕਰਕੇ ਜੋ ਆਪ ਹੀ ਗਏ ਨੇ।